PSCB ਅਤੇ CBSE ਦੇ 10ਵੀਂ ਜਮਾਤ ਦੇ ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸ਼ਬਦ ਗੁਰੂ ਆਨਲਾਈਨ ਸਟੱਡੀ YouTube ਚੈਨਲ ਦੀ ਅੱਜ ਦੀ ਆਨਲਾਈਨ ਕਲਾਸ ਦੇ ਵਿੱਚ। ਪਿਆਰੇ ਬੱਚਿਓ, ਤੁਹਾਡੀ ਪੰਜਾਬੀ ਦੀ ਸਾਹਿਤਮਾਲਾ ਕਿਤਾਬ ਦੇ ਦੋ ਭਾਗ ਨੇ, ਕਵਿਤਾ ਭਾਗ ਅਤੇ ਵਾਰਤਕ ਭਾਗ, ਮਤਲਬ ਪੋਇਟਰੀ ਸੈਕਸ਼ਨ, ਪ੍ਰੋਜ਼ ਸੈਕਸ਼ਨ। ਜੇਕਰ ਅਸੀਂ ਪੰਜਾਬੀ ਕਵਿਤਾ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਕਵਿਤਾ ਲਿਖੀ ਜਾਂਦੀ ਰਹੀ ਹੈ। ਸਿੱਖ ਗੁਰੂ ਸਾਹਿਬਾਨ ਦੇ ਸਮੇਂ ਗੁਰਮਤਿ ਕਾਵਿ ਰਚਿਆ ਗਿਆ, ਸੂਫੀ ਸੰਤਾਂ ਨੇ ਸੂਫੀ ਕਵਿਤਾ ਲਿਖੀ, ਫਿਰ ਕਿੱਸਿਆਂ ਦੇ ਦੌਰ 'ਚ ਕਿੱਸੇ ਲਿਖੇ ਗਏ, ਲੜਾਈਆਂ ਅਤੇ ਜੰਗਾਂ ਦੇ ਸਮੇਂ ਵਿੱਚ ਵੀਰ ਕਾਵਿ ਰਚਿਆ ਗਿਆ। ਇਸੇ ਕਰਕੇ ਤੁਹਾਡੇ ਸਿਲੇਬਸ ਵਿੱਚ ਪੋਇਟਰੀ ਨੂੰ 4 ਭਾਗਾਂ ਵਿੱਚ ਵੰਡਿਆ ਗਿਆ: ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ ਅਤੇ ਵੀਰ ਕਾਵਿ। ਅੱਜ ਦੀ ਆਨਲਾਈਨ ਜਮਾਤ ਦੇ ਵਿੱਚ ਆਪਾਂ ਗੁਰਮਤਿ ਕਾਵਿ ਦੇ ਪਹਿਲੇ ਕਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ ਇਹਨਾਂ ਦਾ ਅਧਿਐਨ ਕਰਾਂਗੇ ਆਪਾਂ। ਸੋ ਵਿਦਆਊਟ ਬੀਇੰਗ ਲੇਟ, ਲੈਟਸ ਸਟਾਰਟ ਟੁਡੇਜ਼ ਆਨਲਾਈਨ ਕਲਾਸ। ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ? ਸ਼ਾਹਕਾਰ ਦਾ ਮਤਲਬ ਹੁੰਦਾ ਉਹਨਾਂ ਦੀ ਉਹ ਰਚਨਾ ਜਿਹੜੀ ਉਹਨਾਂ ਦੀਆਂ ਬਾਕੀ ਸਾਰੀਆਂ ਰਚਨਾਵਾਂ ਨਾਲੋਂ ਸਿਰਮੌਰ ਆ। ਜਪਜੀ ਸਾਹਿਬ। ਗੁਰੂ ਨਾਨਕ ਦੇਵ ਜੀ ਕਿਸ ਕਾਵਿਧਾਰਾ ਦੇ ਕਵੀ ਹਨ? ਆਪਾਂ ਪਹਿਲਾਂ ਪੜ੍ਹ ਕੇ ਆਏ ਕਿ 4 ਕਾਵਿਧਾਰਾਵਾਂ ਦੇ ਵਿੱਚ ਤੁਹਾਡੇ ਸਿਲੇਬਸ ਦੀ ਜਿਹੜੀ ਪੋਇਟਰੀ ਆ ਉਹ ਵੰਡੀ ਹੋਈ ਆ। ਉਹਨਾਂ ਦੇ ਵਿੱਚੋਂ ਕਿਹੜੀ ਕਾਵਿਧਾਰਾ ਚਾਹੁੰਦੇ ਆ ਗੁਰੂ ਨਾਨਕ ਦੇਵ ਜੀ? ਗੁਰਮਤਿ ਕਾਵਿਧਾਰਾ ਦੇ ਵਿੱਚ। ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇ ਨਾਮ ਲਿਖੋ, ਉਹ ਰਚਨਾਵਾਂ ਜੋ ਤੁਹਾਡੇ ਸਿਲੇਬਸ 'ਚ ਸ਼ਾਮਲ ਨੇ। ਪਵਨ ਗੁਰੂ ਪਾਣੀ ਪਿਤਾ, ਸੋ ਕਿਉ ਮੰਦਾ ਆਖੀਐ, ਗਗਨ ਮੈਂ ਥਾਲ। ਇਹ 3 ਰਚਨਾਵਾਂ ਤੁਹਾਡੇ ਸਿਲੇਬਸ 'ਚ ਗੁਰੂ ਨਾਨਕ ਦੇਵ ਜੀ ਦੀਆਂ ਸ਼ਾਮਲ ਨੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਗੁਰੂ ਨਾਨਕ ਸਾਹਿਬ ਜੀ ਦੀ ਕਿਸ ਬਾਣੀ 'ਚੋਂ ਲਿਆ ਗਿਆ ਹੈ? ਜਪਜੀ ਸਾਹਿਬ 'ਚੋਂ। ਜਪਜੀ ਸਾਹਿਬ ਦੇ ਵਿੱਚ ਪੌੜੀਆਂ ਨੇ, ਪੌੜੀਆਂ ਤੋਂ ਬਾਅਦ ਅਖੀਰ 'ਤੇ ਇੱਕ ਸ਼ਲੋਕ ਆ। ਉਹ ਸ਼ਲੋਕ ਕਿਹੜਾ ਗਾ? ਪਵਨ ਗੁਰੂ ਪਾਣੀ ਪਿਤਾ। ਗੁਰੂ ਨਾਨਕ ਦੇਵ ਜੀ ਨੇ ਹਵਾ ਮਤਲਬ ਪਵਨ ਨੂੰ ਕਿਸ ਦੇ ਸਮਾਨ ਦੱਸਿਆ ਹੈ? ਕਿਸ ਦੇ ਬਰਾਬਰ ਦੱਸਿਆ? ਗੁਰੂ ਦੇ। ਕਿਉਂਕਿ ਜਦੋਂ ਆਪਾਂ ਕਵਿਤਾ ਪੜ੍ਹਦੇ ਹਾਂ ਪਹਿਲੀ ਤਾਂ ਸ਼ੁਰੂ ਤੋਂ ਹੀ ਆਉਂਦਾ ਪਵਨ ਗੁਰੂ। ਗੁਰੂ ਨਾਨਕ ਦੇਵ ਜੀ ਨੇ ਸਭ ਜੀਵਾਂ ਦਾ ਪਿਤਾ ਕਿਸ ਨੂੰ ਕਿਹਾ ਹੈ? ਉਸੇ ਪਹਿਲੀ ਤੁਕ ਦੇ ਅੱਗੇ ਆਪਾਂ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ। ਸਭ ਜੀਵਾਂ ਦਾ ਪਿਤਾ ਕਿਸ ਨੂੰ ਕਿਹਾ ਗਿਆ? ਪਾਣੀ ਨੂੰ। ਸਭ ਜੀਵਾਂ ਦੀ ਵੱਡੀ ਮਹਾਨ ਮਾਤਾ ਕੌਣ ਹੈ? ਅੱਗੇ ਆਪਾਂ ਪੜ੍ਹਦੇ ਹਾਂ ਮਾਤਾ ਧਰਤ ਮਹੱਤ। ਤਾਂ ਮਹਾਨ ਮਾਤਾ ਕੌਣ ਹੈ? ਧਰਤੀ। ਜੀਵਾਂ ਦੇ ਚੰਗੇ ਮੰਦੇ ਕੰਮਾਂ ਦਾ ਹਿਸਾਬ ਕੌਣ ਕਰਦਾ ਹੈ? ਧਰਮਰਾਜ। ਕਿਸ ਦੇ ਆਧਾਰ ਤੇ ਜੀਵ ਪਰਮਾਤਮਾ ਦੇ ਨੇੜੇ ਅਤੇ ਦੂਰ ਹੁੰਦੇ ਹਨ? ਆਪੋ ਆਪਣੇ ਕਰਮਾਂ ਦੇ ਆਧਾਰ ਤੇ। ਪਰਮਾਤਮਾ ਦੇ ਦਰ ਤੇ ਕਿਹਨਾਂ ਦੇ ਮੁਖ ਉਜਲੇ ਹੁੰਦੇ ਹਨ? ਉਜਲੇ ਮਤਲਬ ਸਾਫ਼, ਨਿਰਮਲ। ਨਾਮ ਸਿਮਰਨ ਵਾਲਿਆਂ ਦੇ। ਮਸੱਕਤ ਸ਼ਬਦ ਤੋਂ ਕੀ ਭਾਵ ਹੈ? ਮਿਹਨਤ। ਪਵਨ ਗੁਰੂ ਪਾਣੀ ਪਿਤਾ ਬਾਣੀ ਦਾ ਕੇਂਦਰੀ ਭਾਵ ਲਿਖੋ। ਰਾਤ ਅਤੇ ਦਿਨ ਖਿਡਾਵੀ ਤੇ ਖਿਡਾਵਾ ਨੇ। ਖਿਡਾਵੀ ਤੇ ਖਿਡਾਵਾ ਮਤਲਬ ਜਿਹੜੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ, ਆਪਾਂ ਦਾਈ ਤੇ ਦਾਇਆ ਵੀ ਕਹਿ ਦਿੰਦੇ ਆ। ਰਾਤ ਤੇ ਦਿਨ ਖਿਡਾਵਾ ਤੇ ਖਿਡਾਵੀ ਹਨ, ਜਿਨ੍ਹਾਂ ਕੋਲ ਸਾਰੇ ਜੀਵ ਆਪਣੀਆਂ ਖੇਡਾਂ ਖੇਡਦੇ ਹਨ। ਧਰਮਰਾਜ ਜੀਵਾਂ ਦੇ ਕੰਮਾਂ ਦੀ ਪੜਤਾਲ ਕਰਦਾ ਹੈ। ਜੀਵ ਆਪਣੇ ਚੰਗੇ ਮੰਦੇ ਕੰਮਾਂ ਅਨੁਸਾਰ ਅਕਾਲ ਪੁਰਖ ਦੇ ਨੇੜੇ ਅਤੇ ਦੂਰ ਹੁੰਦੇ ਹਨ। ਚੰਗੇ ਕਰਮ ਕਰਨ ਵਾਲੇ ਪਰਮਾਤਮਾ ਦੇ ਨੇੜੇ ਅਤੇ ਮਾੜੇ ਕਰਮਾਂ ਵਾਲੇ ਪਰਮਾਤਮਾ ਤੋਂ ਦੂਰ। ਨਾਮ ਸਿਮਰਨ ਕਰਨ ਵਾਲੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ ਅਤੇ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੁੰਦੇ ਹਨ। ਇਹ ਆਪਾਂ ਪਵਨ ਗੁਰੂ ਪਾਣੀ ਪਿਤਾ ਬਾਣੀ ਦਾ ਕੇਂਦਰੀ ਭਾਵ ਇਸ ਪ੍ਰਕਾਰ ਲਿਖਣਾ। ਸੋ ਕਿਉ ਮੰਦਾ ਆਖੀਐ ਸ਼ਬਦ ਅਨੁਸਾਰ ਇਸਤਰੀ ਤੋਂ ਬਿਨਾਂ ਕੌਣ ਹੈ? ਇਸ ਕਵਿਤਾ ਜਿਹੜੀ ਦੂਸਰੀ ਕਵਿਤਾ ਗੁਰੂ ਨਾਨਕ ਦੇਵ ਜੀ ਦੀ, ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਸਭ ਕੁਛ ਇਸਤਰੀ ਨਾਲ ਆ। ਮਨੁੱਖ ਦਾ ਜਨਮ ਵੀ ਇਸਤਰੀ ਤੋਂ ਹੁੰਦਾ, ਉਹਦਾ ਸਰੀਰ ਵੀ ਇਸਤਰੀ ਤੋਂ ਬਣਦਾ, ਸਮਾਜ ਦੇ ਵਿੱਚ ਉਹਦੇ ਸਾਰੇ ਸੰਬੰਧ ਵੀ, ਰਿਸ਼ਤੇ ਨਾਤੇ ਵੀ ਇਸਤਰੀ ਤੋਂ ਬਣਦੇ ਨੇ। ਪਰ ਇੱਕ ਚੀਜ਼ ਇਸਤਰੀ ਤੋਂ ਬਿਨਾਂ, ਉਹ ਕੌਣ ਆ? ਪਰਮਾਤਮਾ। ਰਾਜੇ ਕਿਸ ਤੋਂ ਜਨਮ ਲੈਂਦੇ ਹਨ? ਇਸਤਰੀ ਤੋਂ। ਭੰਡ ਸ਼ਬਦ ਤੋਂ ਕੀ ਭਾਵ ਹੈ? ਜਦੋਂ ਇਹ ਦੂਸਰੀ ਕਵਿਤਾ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੀ, ਸ਼ੁਰੂ ਤੋਂ ਹੀ ਆਉਂਦਾ ਭੰਡ ਜੰਮੀਆਂ, ਭੰਡ ਨਿੰਮੀਆਂ, ਭੰਡ ਮੰਗਣ ਵਿਆਹੋ। ਇੱਥੇ ਭੰਡ ਸ਼ਬਦ ਤੋਂ ਕੀ ਭਾਵ ਹੈ? ਇਸਤਰੀ।
ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਕਿਸ ਸ਼ਬਦ ਵਿੱਚ ਦੱਸੀ ਹੈ? ਸੋ ਕਿਉ ਮੰਦਾ ਆਖੀਐ ਵਿੱਚ। ਸੋ ਕਿਉ ਮੰਦਾ ਆਖੀਐ ਸ਼ਬਦ ਦਾ ਕੇਂਦਰੀ ਭਾਵ ਲਿਖੋ, ਮਤਲਬ ਸੈਂਟਰਲ ਆਈਡੀਆ ਕੀ ਹੈ ਇਸ ਪੋਇਮ ਦਾ? ਮਨੁੱਖ ਦਾ ਜਨਮ ਤੋਂ ਮੌਤ ਤੱਕ ਸਾਰਾ ਜੀਵਨ ਇਸਤਰੀ ਨਾਲ ਜੁੜਿਆ ਹੋਇਆ ਹੈ। ਰਾਜੇ ਮਹਾਰਾਜੇ ਵੀ ਇਸਤਰੀ ਤੋਂ ਜਨਮ ਲੈਂਦੇ ਹਨ। ਇਸਤਰੀ ਨੂੰ ਕਦੇ ਵੀ ਮੰਦਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਮਨੁੱਖ ਦੀ ਹੋਂਦ ਇਸਤਰੀ 'ਤੇ ਟਿਕੀ ਹੋਈ ਹੈ। ਇਸਤਰੀ ਤੋਂ ਬਿਨਾਂ ਸਿਰਫ ਅਕਾਲ ਪੁਰਖ ਪਰਮਾਤਮਾ ਹੈ। ਗਗਨਮੈ ਥਾਲ ਬਾਣੀ ਵਿੱਚ ਕਿਸ ਦੀ ਆਰਤੀ ਉਤਾਰੀ ਜਾ ਰਹੀ ਹੈ? ਭਵਖੰਡਨਾ ਦੀ। ਭਵਖੰਡਨਾ ਕਿਹਨੂੰ ਕਿਹਾ? ਪਰਮਾਤਮਾ ਨੂੰ। ਪਰਮਾਤਮਾ ਦੀ ਆਰਤੀ ਉਤਾਰੀ ਜਾ ਰਹੀ ਹੈ। ਇਹ ਜਿਹੜੀ ਤੀਸਰੀ ਕਵਿਤਾ ਗੁਰੂ ਨਾਨਕ ਦੇਵ ਜੀ ਦੀ ਅਸਲ ਵਿੱਚ ਇੱਕ ਆਰਤੀ ਹੈ, ਗਗਨਮੈ ਥਾਲ। ਪਰਮਾਤਮਾ ਦੀ ਆਰਤੀ ਉਤਾਰਨ ਸਮੇਂ ਗਗਨ ਕੀ ਹੈ? ਆਰਤੀ ਦਾ ਥਾਲ। ਗੁਰੂ ਨਾਨਕ ਦੇਵ ਜੀ ਨੇ ਆਪਣੇ ਪੋਇਟਿਕ ਸਟਾਈਲ ਦੇ ਵਿੱਚ ਜਿਹੜਾ ਆਰਤੀ ਉਤਾਰਨ ਵਾਲਾ ਥਾਲ ਹੁੰਦਾ ਪਰਮਾਤਮਾ ਦੀ ਆਰਤੀ ਉਤਾਰਨ ਵੇਲੇ ਆਪਾਂ ਵਰਤਦੇ ਹਾਂ, ਉਸ ਨੂੰ ਆਕਾਸ਼ ਜਿੰਨਾ ਵਿਸ਼ਾਲ ਕਰਤਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਪੂਰਾ ਆਕਾਸ਼, ਪੂਰਾ ਗਗਨ ਹੀ ਇੱਕ ਥਾਲ ਹੈ। ਚੰਦ ਸੂਰਜ ਉਹ 'ਚ ਦੀਵੇ ਨੇ, ਤਾਰਕਾ ਮੰਡਲ ਮੋਤੀ ਨੇ ਸਾਰੇ, ਪਵਨ ਜਿਹੜੀ ਆ ਹਵਾ ਗੀ ਉਹ ਚੌਰ ਕਰ ਰਹੀ ਹੈ। ਇਸ ਪ੍ਰਕਾਰ ਪੂਰੀ ਬਨਸਪਤੀ, ਸਾਰੀ ਕੁਦਰਤ ਪਰਮਾਤਮਾ ਦੀ ਆਰਤੀ ਉਤਾਰ ਰਹੀ ਹੈ। ਆਰਤੀ ਦੌਰਾਨ ਰਵ ਚੰਦ ਮਤਲਬ ਸੂਰਜ ਤੇ ਚੰਦ ਕੀ ਹਨ? ਥਾਲ 'ਚ ਰੱਖੇ ਹੋਏ ਦੀਵੇ। ਗੁਰੂ ਜੀ ਨੇ ਆਰਤੀ ਵਿੱਚ ਮੋਤੀ ਕਿਸ ਨੂੰ ਕਿਹਾ ਹੈ? ਤਾਰਕਾ ਮੰਡਲ ਨੂੰ। ਅਕਾਲ ਪੁਰਖ ਦੀ ਆਰਤੀ ਉਤਾਰਨ ਸਮੇਂ ਚਵਰ ਕੌਣ ਕਰ ਰਿਹਾ ਹੈ? ਪੌਣ ਮਤਲਬ ਹਵਾ। ਗੁਰੂ ਜੀ ਅਨੁਸਾਰ ਆਰਤੀ ਸਮੇਂ ਫੁੱਲ ਭੇਟਾ ਕੌਣ ਕਰ ਰਿਹਾ ਹੈ? ਕਵਿਤਾ ਵਿੱਚ ਆਪਾਂ ਪੜ੍ਹਦੇ ਹਾਂ, ਸਗਲ ਬਨ ਰਾਏ ਫੁਲੰਤ ਜੋਤੀ। ਮਤਲਬ ਬਨ ਰਾਏ ਦਾ ਮਤਲਬ ਬਨਸਪਤੀ, ਸਗਲ ਦਾ ਮਤਲਬ ਸਾਰੀ ਬਨਸਪਤੀ ਫੁੱਲ ਭੇਟਾ ਕਰ ਰਹੀ ਹੈ। ਪਰਮਾਤਮਾ ਦੀ ਆਰਤੀ ਕੌਣ ਉਤਾਰ ਰਿਹਾ ਹੈ? ਸਾਰੀ ਕੁਦਰਤ। ਗਗਨਮੈ ਥਾਲ ਬਾਣੀ ਦਾ ਕੇਂਦਰੀ ਭਾਵ ਲਿਖੋ। ਇਹਦਾ ਸੈਂਟਰਲ ਆਈਡੀਆ ਕੀ ਹੈ ਤੀਜੀ ਕਵਿਤਾ ਦਾ? ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪਰਮਾਤਮਾ ਦੀ ਆਰਤੀ ਸਾਰੀ ਕੁਦਰਤ ਉਤਾਰਦੀ ਹੈ। ਪਰਮਾਤਮਾ ਦੀ ਕਿਰਪਾ ਨਾਲ ਜੀਵਾਂ ਨੂੰ ਗੁਰੂ ਦੀ ਸਿੱਖਿਆ ਮਿਲਦੀ ਹੈ। ਗੁਰੂ ਦੀ ਸਿੱਖਿਆ 'ਤੇ ਚੱਲ ਕੇ ਜੀਵ ਭਾਣੇ ਵਿੱਚ ਚੱਲਦੇ ਹੋਏ ਕੁਦਰਤ ਦੁਆਰਾ ਉਤਾਰੀ ਜਾ ਰਹੀ ਆਰਤੀ ਵਿੱਚ ਸ਼ਾਮਲ ਹੋ ਜਾਂਦੇ ਹਨ। ਇਹ ਆਪਾਂ ਸੈਂਟਰਲ ਆਈਡੀਆ ਕੇਂਦਰੀ ਭਾਵ ਲਿਖਾਂਗੇ ਇਸ ਕਵਿਤਾ ਦਾ, ਗਗਨਮੈ ਥਾਲ ਦਾ। ਅੱਗੇ ਪ੍ਰਸੰਗ ਸਹਿਤ ਵਿਆਖਿਆ। ਤਿੰਨਾਂ ਕਵਿਤਾਵਾਂ ਦੇ ਵਿੱਚੋਂ, ਤਿੰਨੇ ਰਚਨਾਵਾਂ 'ਚੋਂ ਆਪਾਂ ਇੱਕ ਇੱਕ ਕਾਵ ਟੋਟਾ ਲੈ ਕੇ ਉਹਨੂੰ ਹੀ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ। ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹਦਾ ਆਪਾਂ ਪ੍ਰਸੰਗ ਕਿਸ ਤਰ੍ਹਾਂ ਲਿਖਾਂਗੇ? ਪ੍ਰਸੰਗ 'ਚ ਆਪਾਂ ਚਾਰ ਚੀਜ਼ਾਂ ਲਿਖਣੀਆਂ ਹੁੰਦੀਆਂ। ਇਹ ਰਚਨਾ ਕਿਸ ਦੀ ਹੈ, ਕਿਹੜੀ ਕਿਤਾਬ 'ਚੋਂ ਲਈ ਗਈ ਹੈ, ਇਹਦਾ ਸਿਰਲੇਖ ਕੀ ਆ, ਅਤੇ ਇਹਨਾਂ ਸਤਰਾਂ 'ਚ ਗੁਰੂ ਜੀ ਕੀ ਕਹਿੰਦੇ ਨੇ। ਦੇਖੋ ਆਪਾਂ ਲਿਖਾਂਗੇ, ਇਹ ਕਾਵ ਟੋਟਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਹ ਸਾਹਿਤਮਾਲਾ ਪਾਠ ਪੁਸਤਕ ਵਿੱਚ ਪਵਨ ਗੁਰੂ ਪਾਣੀ ਪਿਤਾ ਸਿਰਲੇਖ ਹੇਠ ਦਰਜ ਹੈ। ਇਹ ਸਲੋਕ ਗੁਰੂ ਜੀ ਦੀ ਬਾਣੀ ਜਪਜੀ ਸਾਹਿਬ ਦੇ ਅੰਤ 'ਚ ਆਉਂਦਾ। ਇਹਨਾਂ ਸਤਰਾਂ 'ਚ ਗੁਰੂ ਜੀ ਚੰਗੇ ਕਰਮ ਕਰਨ ਦਾ ਅਤੇ ਨਾਮ ਸਿਮਰਨ ਕਰਨ ਦਾ ਉਪਦੇਸ਼ ਦਿੰਦੇ ਨੇ। ਅੱਗੇ ਆਪਾਂ ਇਹਦੀ ਵਿਆਖਿਆ ਕਿਵੇਂ ਕਰਾਂਗੇ? ਵਿਆਖਿਆ ਕਰਨ ਵੇਲੇ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਆਪਾਂ ਪਹਿਲਾਂ ਪਹਿਲੀ ਲਾਈਨ ਨੂੰ ਪੜ੍ਹ ਲਓ, ਉਹਦੀ ਵਿਆਖਿਆ ਲਿਖ ਦਿਓ। ਜਿਵੇਂ ਆਪਾਂ ਪੜ੍ਹਦੇ ਹਾਂ ਪਹਿਲੀ ਲਾਈਨ, ਚੰਗਿਆਈਆਂ ਬੁਰਿਆਈਆਂ ਵਾਚਿਆ ਧਰਮ ਹਦੂਰ। ਇਹਦਾ ਮਤਲਬ ਕੀ ਆ? ਪਰਮਾਤਮਾ ਦੇ ਦਰ 'ਤੇ ਧਰਮਰਾਜ ਹਰੇਕ ਮਨੁੱਖ ਦੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਰਦਾ ਹੈ। ਦੂਸਰੀ ਲਾਈਨ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਤਲਬ ਚੰਗੇ ਕਰਮ ਕਰਨ ਵਾਲੇ ਜੀਵ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਅਤੇ ਮੰਦੇ ਕਰਮ ਕਰਨ ਵਾਲੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਨ। ਅੱਗੇ ਆਪਾਂ ਦੂਸਰਾ ਕਾਵ ਟੋਟਾ ਲੈਂਦੇ ਹਾਂ ਇੱਕ ਦੂਸਰੀ ਕਵਿਤਾ 'ਚੋਂ, ਸੋ ਕਿਉ ਮੰਦਾ ਆਖੀਐ 'ਚੋਂ। ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹੋ, ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ, ਭੰਡ ਮੁਆ ਭੰਡ ਭਾਲੀਐ ਭੰਡ ਹੋਵੈ ਵੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਇਹਦਾ ਪਹਿਲਾਂ ਆਪਾਂ ਪ੍ਰਸੰਗ ਉਸੇ ਤਰ੍ਹਾਂ ਹੀ ਲਿਖਾਂਗੇ। ਇਹ ਕਾਵ ਟੋਟਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਹ ਸਾਹਿਤਮਾਲਾ ਪਾਠ ਪੁਸਤਕ ਵਿੱਚ ਸੋ ਕਿਉ ਮੰਦਾ ਆਖੀਐ ਸਿਰਲੇਖ ਹੇਠ ਦਰਜ ਹੈ। ਇਹਨਾਂ ਸਤਰਾਂ 'ਚ ਗੁਰੂ ਜੀ ਇਸਤਰੀ ਦੀ ਮਹਾਨਤਾ ਨੂੰ ਪਛਾਣਨ ਦਾ ਉਪਦੇਸ਼ ਦਿੰਦੇ ਨੇ। ਹੁਣ ਜਦੋਂ ਆਪਾਂ ਇਹਦੀ ਵਿਆਖਿਆ ਕਰਾਂਗੇ ਉਸੇ ਤਰ੍ਹਾਂ ਇੱਕ ਇੱਕ ਲਾਈਨ ਦੀ ਪਹਿਲਾਂ ਵਿਆਖਿਆ ਲਿਖਦੇ ਜਾਵਾਂਗੇ। ਪਹਿਲੀ ਲਾਈਨ ਪੜ੍ਹੋ, ਦੇਖੋ, ਭੰਡ ਜੰਮੀਆਂ ਭੰਡ ਨਿੰਮੀਆਂ ਭੰਡ ਮੰਗਣ ਵਿਆਹੋ। ਗੁਰੂ ਜੀ ਫਰਮਾਉਂਦੇ ਨੇ ਕਿ ਇਸਤਰੀ ਦੇ ਪੇਟ ਵਿੱਚ ਹੀ ਮਨੁੱਖ ਦਾ ਸਰੀਰ ਬਣਦਾ ਹੈ ਅਤੇ ਜਨਮ ਲੈਂਦਾ ਹੈ। ਜੰਮੀਆਂ ਦਾ ਮਤਲਬ ਜਨਮ ਲੈਂਦਾ ਹੈ, ਨਿੰਮੀਆਂ ਦਾ ਮਤਲਬ ਸਰੀਰ ਬਣਦਾ ਹੈ, ਮੰਗਣ ਵਿਆਹੋ ਦਾ ਮਤਲਬ ਇਸਤਰੀ ਨਾਲ ਹੀ ਮਨੁੱਖ ਦਾ ਵਿਆਹ ਹੁੰਦਾ ਹੈ। ਦੂਸਰੀ ਲਾਈਨ ਦੇਖਦੇ ਹਾਂ ਆਪਾਂ, ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ।
ਇਸਤਰੀ ਨਾਲ ਹੀ ਮਨੁੱਖ ਦੀ ਦੋਸਤੀ ਹੁੰਦੀ ਹੈ, ਮਤਲਬ ਸੰਬੰਧ ਜੁੜਦੇ ਨੇ। ਹੋਰਨਾਂ ਨਾਲ ਸੰਬੰਧ ਵੀ ਇਸਤਰੀ ਕਰਕੇ ਹੀ ਬਣਦੇ ਨੇ ਤੇ ਜਗਤ ਦੀ ਉਤਪਤੀ ਦਾ ਰਾਹ ਵੀ ਇਸਤਰੀ ਸਦਕਾ ਹੀ ਬਣਦਾ ਹੈ। ਭੰਡੋ ਚੱਲੈ ਰਾਹੋ ਦਾ ਮਤਲਬ ਜਗਤ ਦੀ ਉਤਪਤੀ ਦਾ ਰਾਹ ਵੀ ਇਸਤਰੀ ਦੇ ਸਦਕਾ ਹੀ ਬਣਦਾ ਹੈ। ਤੀਸਰੀ ਸਤਰ 'ਚ ਆਪਾਂ ਪੜ੍ਹਦੇ ਹਾਂ, ਭੰਡ ਮੂਆ ਭੰਡ ਭਾਲੀਆ ਭੰਡ ਹੋਵੇ ਬੰਧਾਨ। ਭੰਡ ਮੂਆ ਮਤਲਬ ਇਸਤਰੀ ਦੀ ਮੌਤ ਤੋਂ ਬਾਅਦ, ਇਸਤਰੀ ਦੇ ਚਲਾਣੇ ਤੋਂ ਬਾਅਦ ਮਨੁੱਖ ਹੋਰ ਇਸਤਰੀ ਦੀ ਭਾਲ ਕਰਦਾ ਹੈ ਤੇ ਹੋਰਨਾਂ ਨਾਲ ਸੰਬੰਧ ਜੁੜਦੇ ਨੇ। ਆਖਰੀ ਸਤਰ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਸਤਰੀ ਤੋਂ ਰਾਜੇ ਵੀ ਜਨਮ ਲੈਂਦੇ ਹਨ, ਇਸ ਲਈ ਇਸਤਰੀ ਨੂੰ ਬੁਰਾ ਜਾਂ ਨੀਵਾਂ ਕਹਿਣਾ ਠੀਕ ਨਹੀਂ ਹੈ। ਤੀਸਰੀ ਕਵਿਤਾ ਦਾ ਇੱਕ ਕਾਵਿ ਟੋਟਾ ਲੈਂਦੇ ਆਪਾਂ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਪਹਿਲਾਂ ਆਪਾਂ ਪ੍ਰਸੰਗ ਉਸੇ ਤਰ੍ਹਾਂ ਲਿਖ ਲਾਂਗੇ। ਇਹ ਕਾਵਿ ਟੋਟਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਹ ਸਾਹਿਤਮਾਲਾ ਪਾਠ ਪੁਸਤਕ ਵਿੱਚ ਗਗਨ ਮੈਥਾਲ ਸਰਲੇਖਿਤ ਦਰਜ ਹੈ। ਇਹਨਾਂ ਸਤਰਾਂ 'ਚ ਗੁਰੂ ਜੀ ਦੱਸਦੇ ਹਨ ਕਿ ਸਾਰੀ ਕੁਦਰਤ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪ੍ਰਮਾਤਮਾ ਦੀ ਆਰਤੀ ਉਤਾਰਨ ਵਿੱਚ ਜੁਟੀ ਹੋਈ ਹੈ। ਹੁਣ ਇਹਦੀ ਵਿਆਖਿਆ ਉਸੇ ਤਰ੍ਹਾਂ ਆਪਾਂ ਇੱਕ ਇੱਕ ਸਤਰ ਪੜ੍ਹ ਕੇ ਕਰਦੇ ਜਾਵਾਂਗੇ। ਸਭ ਮੈਂ ਜੋਤ ਜੋਤ ਹੈ ਸੋਏ, ਮਤਲਬ ਗੁਰੂ ਜੀ ਅਨੁਸਾਰ ਸਭ ਜੀਵਾਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ। ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ, ਅਤੇ ਉਸੇ ਜੋਤ ਸਦਕਾ ਹੀ ਸਭ ਦੇ ਅੰਦਰ ਚਾਨਣ ਹੈ। ਗੁਰਸਾਖੀ ਜੋਤ ਪ੍ਰਗਟ ਹੋਏ, ਸੱਚੇ ਗੁਰੂ ਦੀ ਸਿੱਖਿਆ ਨਾਲ ਸਭ ਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਹੇ ਪ੍ਰਭੂ, ਜੋ ਤੇਰਾ ਭਾਣਾ ਹੈ ਉਸੇ ਅੰਦਰ ਖੁਸ਼ ਰਹਿ ਕੇ ਵਿਚਰਨਾ ਹੀ ਤੇਰੀ ਆਰਤੀ ਉਤਾਰਨਾ ਹੈ। ਸੋ ਅੱਜ ਦੀ ਆਪਣੀ ਆਨਲਾਈਨ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ। ਉਮੀਦ ਹੈ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ। ਸੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਤੁਸੀਂ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਵੀ ਪ੍ਰੈਸ ਕਰ ਦਿਓ, ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਆਪਾਂ ਬਹੁਤ ਜਲਦ ਮਿਲਦੇ ਹਾਂ ਹੋਰ ਮਹੱਤਵਪੂਰਨ ਵਿਸ਼ਿਆਂ ਤੇ ਹੋਰ ਵੀਡੀਓਜ਼ ਦੇ ਨਾਲ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।